ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ। ਧਨ ਕੂ ਕਹਿੰਦੀ ਗੋਰ ਮੈਂ, ਤੈਂ ਸ਼ਾਹ ਨਾ ਮਿਲਿਆਸ। ਧਨ ਕੂ ਕਹਿੰਦੀ ਗੋਰ ਮੈਂ, ਤੈਂ ਸ਼ਾਹ ਨਾ ਮਿਲਿਆਸ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਨਾਮ ਬਾਣੀ ਕੇ ਬੋਹਿਤ ਹਾਲਤ ਪਲਤ ਸਵਾਰ ਦੇਣ ਵਾਲੇ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਪਾਵਨ ਗੁਰਬਾਣੀ ਦਾ ਪਾਠ ਬੜੇ ਪਿਆਰ ਦੇ ਨਾਲ ਆਪ ਜੀ ਸਰਵਣ ਕਰ ਰਹੇ ਸੀ। ਆਓ ਚੱਲ ਰਹੀ ਲੜੀਵਾਰ ਕਥਾ ਵਿਚਾਰ ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਪਾਵਨ ਸ਼ਲੋਕ, ਜੋ ਕਿ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ 53 ਨੰਬਰ ਸ਼ਲੋਕ ਦੀ ਵਿਚਾਰ ਸਾਂਝ ਪਾਈ ਸੀ। ਅਗਲੇਰੇ ਸ਼ਲੋਕ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿਤਨੇ ਵੀ ਮਾਈ ਭਾਈ ਜਨ ਗੁਰੂ ਚਰਨਾਂ ਦੇ ਵਿੱਚ ਸੱਜ ਕੇ ਬੈਠੇ ਹੋ, ਆਪੋ ਆਪਣੀਆਂ ਸੁਰਤੀਆਂ ਨੂੰ ਗੁਰੂ ਚਰਨਾਂ ਵਿੱਚ ਭੇਂਟ ਕਰਦੇ ਹਾਂ। ਰਸਨਾ ਨੂੰ ਕਰੋ ਪਵਿੱਤਰ, ਸਰਬੱਤ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਅਧੀਨ ਸ਼ਲੋਕ, ਜਿਸ ਦਾ ਮੂਲ ਪਾਠ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਭਗਤ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਲੜੀਵਾਰ ਸ਼ਲੋਕਾਂ ਦੇ ਵਿੱਚੋਂ 54 ਨੰਬਰ ਸ਼ਲੋਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 1380 ਦੇ ਉੱਪਰ ਸੁਭਾਇਮਾਨ ਹੈ।
ਬਹੁਤ ਵਾਰੀ ਅਸੀਂ ਬਾਣੀ ਦੇ ਵਿੱਚੋਂ ਕੁਝ ਸ਼ਬਦ ਪੜ੍ਹਨ ਤੋਂ ਬਾਅਦ ਕਈ ਤਰ੍ਹਾਂ ਦੀ ਕਨਫਿਊਜ਼ਨ, ਕਈ ਤਰ੍ਹਾਂ ਦੇ ਸ਼ੰਕੇ ਮਨ ਵਿੱਚ ਖੜੇ ਕਰ ਲੈਂਦੇ ਹਾਂ। ਪਰ ਗੁਰਬਾਣੀ ਮਨੁੱਖ ਦੇ ਸ਼ੰਕੇ ਨਿਵਰਤ ਕਰਦੀ ਹੈ, ਸਗੋਂ ਮਨ ਦੇ ਅੰਦਰ ਜਾਂ ਸੁਰਤ ਵਿੱਚ ਸ਼ੰਕੇ ਪੈਦਾ ਨਹੀਂ ਕਰਦੀ। ਇੱਕ ਹੁੰਦਾ ਹੈ ਸ਼ੰਕੇ ਦੇ ਵਿੱਚ ਜਿਉਣਾ, ਇੱਕ ਹੁੰਦਾ ਹੈ ਸਵਾਲ ਪੈਦਾ ਕਰਕੇ ਉਹਦੇ ਜਵਾਬ ਦੀ ਪਿਆਸ ਰੱਖਣੀ, ਭੁੱਖ ਰੱਖਣੀ, ਕਿਧਰੇ ਮੈਨੂੰ ਇਹਦਾ ਜਵਾਬ ਮਿਲ ਜਾਵੇ, ਮੈਂ ਆਪਣੇ ਆਪ ਵਿੱਚ ਸੰਤੁਸ਼ਟ ਹੋ ਜਾਵਾਂ। ਪਰ ਬਹੁਤ ਵਾਰੀ ਐਸਾ ਹੁੰਦਾ ਹੈ ਕਿ ਬੰਦਾ ਬਾਣੀ ਨੂੰ ਪੜ੍ਹਦਾ ਹੈ ਜਾਂ ਬਾਣੀ ਨੂੰ ਸੁਣਦਾ ਹੈ, ਆਪਣੀਆਂ ਭਾਵਨਾ ਦੇ ਆਧਾਰ 'ਤੇ ਬਾਣੀ ਦੀਆਂ ਪੰਕਤੀਆਂ ਦੇ ਅਰਥ ਕਰਦਾ ਹੈ। ਜਿਹੋ ਜਿਹੀ ਬੰਦੇ ਦੀ ਮਨਸ਼ਾ ਹੁੰਦੀ ਹੈ, ਉਹੋ ਜਿਹਾ ਬਾਣੀ ਨੂੰ ਸਮਝਣ ਦਾ ਉਹਦਾ ਨਜ਼ਰੀਆ ਬਣ ਜਾਂਦਾ ਹੈ। ਵਪਾਰੀ ਬੰਦਾ ਜਦੋਂ ਬਾਣੀ ਨੂੰ ਪੜ੍ਹੇਗਾ ਤੇ ਵਪਾਰੀ ਬੰਦੇ ਦੀ ਬਿਰਤੀ ਵੀ ਇਹ ਹੋਵੇਗੀ, ਮੈਂ ਬਾਣੀ ਤਾਂ ਪੜ੍ਹਾਂ ਜੇ ਮੈਨੂੰ ਕਿਧਰੇ ਵਪਾਰ ਦੇ ਵਿੱਚ ਵਾਧਾ ਹੋਵੇ। ਮੈਨੂੰ ਬਾਣੀ ਪੜ੍ਹਨ ਦਾ ਲਾਭ ਤਾਂ ਹੈ ਜੇ ਮੇਰੇ ਇਸ ਵਪਾਰਕ ਧੰਦੇ ਦੇ ਵਿੱਚ 2 ਗੁਣਾ ਚੌਗੁਣਾ ਫਾਇਦਾ ਹੋਵੇ, ਤਾਂ ਹੀ ਮੈਨੂੰ ਪੜ੍ਹਨ ਦਾ ਲਾਭ ਹੈ। ਰੋਗੀ ਬੰਦਾ ਬਾਣੀ ਨੂੰ ਇਉਂ ਪੜ੍ਹੇਗਾ ਕਿ ਬਾਣੀ ਪੜ੍ਹਨ ਦਾ ਲਾਭ ਵੀ ਤਾਂ ਹੈ ਜੇ ਮੇਰੇ ਸਰੀਰਕ ਰੋਗ ਨਿਵਰਤ ਹੋ ਜਾਣ। ਕਹਿਣ ਤੋਂ ਭਾਵ ਇਹ ਹੈ ਕਿ ਹਰ ਬੰਦਾ ਬਾਣੀ ਨੂੰ ਪੜ੍ਹਨ ਦਾ ਨਜ਼ਰੀਆ ਆਪਣੀਆਂ ਭਾਵਨਾ ਦੇ ਆਧਾਰ 'ਤੇ ਘੜਦਾ ਹੈ ਜਾਂ ਆਪਣੀਆਂ ਲੋੜਾਂ ਦੇ ਆਧਾਰ 'ਤੇ ਘੜਦਾ ਹੈ। ਜਿਹੋ ਜਿਹੀ ਮਨਸ਼ਾ, ਜਿਹੋ ਜਿਹੀ ਮਨੁੱਖ ਅੰਤਰ ਆਤਮੇ ਦੇ ਵਿੱਚ ਸੋਚ ਰੱਖ ਕੇ ਆਉਂਦਾ ਹੈ, ਜਿਹੋ ਜਿਹੇ ਉਹਦੇ ਖਿਆਲਾਤ ਹੁੰਦੇ ਨੇ, ਜਿਹੋ ਜਿਹੀ ਉਹਦੇ ਸੁਰਤ ਦੇ ਵਿੱਚ ਵਿਚਾਰ ਚੱਲਦੀ ਹੈ, ਉਹਦੇ ਆਧਾਰ 'ਤੇ ਫਿਰ ਉਹਦੀਆਂ ਮੰਗਾਂ ਹੁੰਦੀਆਂ ਨੇ, ਉਹਦੇ ਆਧਾਰ 'ਤੇ ਹੀ ਉਹ ਬਾਣੀ ਦੇ ਵਿੱਚੋਂ ਪ੍ਰਾਪਤੀ ਕਰਨੀ ਚਾਹੁੰਦਾ ਹੈ। ਸਤਿਪੁਰਸ਼ਾਂ ਨੇ ਬਾਣੀ ਦਾ ਇਹ ਖਜ਼ਾਨਾ ਜਦੋਂ ਉਚਾਰਨ ਕੀਤਾ ਹੈ, ਆਪਣੇ ਜ਼ਿੰਦਗੀ ਦੇ ਨਿੱਜੀ ਅਨੁਭਵ ਨੂੰ ਬੜੇ ਸੁੰਦਰ ਤਰੀਕੇ ਦੇ ਨਾਲ ਉਹਨਾਂ ਨੇ ਪੋਥੀ ਸਾਹਿਬ ਦੇ ਰੂਪ ਵਿੱਚ ਇਸ ਨਿੱਜੀ ਅਨੁਭਵ ਨੂੰ ਜਾਂ ਆਪਣੇ ਜੀਵਨ ਦੇ ਸਫ਼ਰਾਂ ਨੂੰ ਜਾਂ ਆਪਣੇ ਜੀਵਨ ਨੂੰ ਜਿਵੇਂ ਖੁਸ਼ਹਾਲ ਜੀਵਿਆ, ਉਹ ਸਾਰੇ ਢੰਗ ਤਰੀਕੇ ਜਿਹੜੇ ਸਨ ਉਹਨਾਂ ਨੂੰ ਕਲਮਬੰਦ ਕਰਕੇ ਤੇ ਇਹ ਪਾਵਨ ਬਾਣੀ ਦਾ ਖਜ਼ਾਨਾ ਜਿਹੜਾ ਸੀ ਸਮੁੱਚੀ ਮਾਨਵਤਾ ਦੀ ਝੋਲੀ ਵਿੱਚ ਪਾਇਆ। ਜੋ ਪ੍ਰਾਣੀ, ਜੋ ਮਨੁੱਖ ਇਸ ਬਾਣੀ ਨੂੰ ਪੜ੍ਹੇਗਾ, ਜੋ ਵਿਅਕਤੀ ਇਸ ਬਾਣੀ ਦੇ ਵਿੱਚੋਂ ਕੀਮਤੀ ਮੋਤੀ ਚੁਗੇਗਾ, ਉਹ ਆਪਣਾ ਵੀ ਭਲਾ ਕਰੇਗਾ ਤੇ ਸੰਸਾਰ ਦੇ ਲੋਕਾਂ ਦਾ ਵੀ ਭਲਾ ਕਰੇਗਾ। ਸਤਿਗੁਰੂ ਮਹਾਰਾਜ ਨੇ ਇਹ ਬਚਨ ਕਹਿ ਕੇ ਵੀ ਸਾਨੂੰ ਨਿਵਾਜਿਆ ਹੈ। ਵੱਖਰੀ ਗੱਲ ਹੈ, ਮਨੁੱਖ ਗੁਰਮਤਿ ਕਲਾਸ ਦੇ ਵਿੱਚੋਂ ਪਛੜਿਆ ਹੋਣ ਕਰਕੇ, ਗੁਰਮਤਿ ਦੇ ਰਸਤੇ ਤੋਂ ਭਟਕਿਆ ਹੋਣ ਕਰਕੇ, ਮਨਮਤੀ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਕਰਕੇ ਮਨੁੱਖ ਨੇ ਬਾਣੀ ਨੂੰ ਪੜ੍ਹਨ ਦਾ ਨਜ਼ਰੀਆ ਵੀ ਬਦਲਿਆ। ਜਿਵੇਂ ਆਪਾਂ ਪਿਛਲੇਰੇ ਸ਼ਲੋਕ ਦੇ ਵਿੱਚ ਵਿਚਾਰ ਕੀਤੀ ਸੀ, ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ। ਸਪਸ਼ਟ ਤੇ ਬੜੇ ਸਰਲ, ਬੜੇ ਸੌਖੇ ਸ਼ਬਦਾਂ ਦੇ ਵਿੱਚ ਆਪਾਂ ਇਹਨੂੰ ਸਮਝ ਸਕਦੇ ਹਾਂ ਕਿ ਭਗਤ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਸਰੋਵਰ ਦੇ ਵਿੱਚੋਂ ਤਾਂ ਕੀਮਤੀ ਮੋਤੀ ਮਿਲਦੇ ਨੇ, ਪਰ ਛੱਪੜਾਂ ਦੇ ਵਿੱਚੋਂ ਕਾਲੀ ਮਿੱਟੀ ਦੇ ਨਾਲ ਹੱਥ ਲਿਬੜ ਜਾਂਦੇ ਨੇ। ਇਸ ਲਈ ਸਰੋਵਰ ਨੂੰ ਖੋਜ, ਛੱਪੜਾਂ ਨੂੰ ਨਾ ਖੋਜ।
ਸਾਰੀ ਜ਼ਿੰਦਗੀ ਬੰਦੇ ਦੀ ਇਉਂ ਗੁਜ਼ਰ ਜਾਂਦੀ ਹੈ ਜਿਵੇਂ ਇੱਕ ਬਗਲਾ ਛੱਪੜ ਦੇ ਕਿਨਾਰੇ ਤੇ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ। ਕਈ ਵਾਰੀ ਉਹਦੇ ਆਖਰੀ ਪਲ ਜੀਵਨ ਦੇ ਵੀ ਛੱਪੜ ਦੇ ਕਿਨਾਰੇ ਤੇ ਹੁੰਦੇ ਨੇ। ਬਿਰਤੀ ਪੱਖੋਂ ਵੇਖਿਆ ਜਾਵੇ ਤੇ ਬੜਾ ਭੋਲਾ ਸੁਭਾਅ ਦਾ ਲੱਗਦਾ ਹੈ, ਵੇਖਣ ਨੂੰ ਬਾਹਰੋਂ ਬੜਾ ਭਗਤ ਲੱਗਦਾ ਹੈ, ਔਰ ਇਉਂ ਹੀ ਸਾਰੀ ਜ਼ਿੰਦਗੀ ਆਪਣੀ ਦਿਖਾਵਿਆਂ ਦੇ ਵਿੱਚ ਹੀ ਗੁਜ਼ਾਰ ਦਿੰਦਾ ਹੈ। ਬਾਕੀ ਜੀਵਾਂ ਦੇ ਉੱਪਰ ਜ਼ੁਲਮ ਕਰਨਾ, ਹੱਲਾ ਕਰਨਾ, ਉਹਨਾਂ ਨੂੰ ਮਾਰ ਕੇ ਆਪਣਾ ਭੋਜਨ ਬਣਾ ਲੈਣਾ, ਬਗਲੇ ਦਾ ਸਾਰੀ ਜ਼ਿੰਦਗੀ ਇਹੋ ਹੀ ਕਰਮ ਰਹਿੰਦਾ ਹੈ। ਅੱਜ ਦੇ ਪਾਵਨ ਸ਼ਲੋਕ ਦੇ ਰਾਹੀਂ ਭਗਤ ਫਰੀਦ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਫਰੀਦਾ ਨੱਢੀ ਕੰਤ ਨਾ ਰਾਵਿਓ ਵੱਡੀ ਥੀ ਮੋਈ ਆਸ, ਧਨ ਕੂ ਕਹਿੰਦੀ ਗੋਰ ਮੈਂ ਤੈ ਸ਼ਾਹ ਨਾ ਮਿਲੀ ਆਸ। ਇਹਦੇ ਦੋ ਤਰ੍ਹਾਂ ਦੇ ਅਰਥ ਆਪਾਂ ਸਮਝਣ ਦਾ ਯਤਨ ਕਰਾਂਗੇ। ਇਹਦੇ ਇੱਕ ਤਾਂ ਅੱਖਰੀ ਅਰਥ ਹੋਣਗੇ, ਜਦ ਆਪਾਂ ਇਹਦੇ ਅੱਖਰੀ ਅਰਥਾਂ ਨੂੰ ਸਮਝਾਂਗੇ ਤੇ ਤਾਂ ਵੀ ਬੜੇ ਕੀਮਤੀ ਅਰਥ ਹੋਣਗੇ ਇਹਦੇ। ਜਦ ਅਸੀਂ ਇਹਦੇ ਭਾਵ ਅਰਥਾਂ ਦੀ ਗੱਲ ਕਰਾਂਗੇ, ਆਪਣੇ ਭਾਵਾਂ ਤੇ ਟੁਕਾ ਕੇ ਵੇਖਾਂਗੇ, ਆਪਣੇ ਅਧਿਆਤਮਕ ਜੀਵਨ ਤੇ ਟੁਕਾ ਕੇ ਵੇਖਾਂਗੇ, ਤੇ ਤਾਂ ਵੀ ਬੜੇ ਨਰੋਏ ਤੇ ਵਜ਼ਨਦਾਰ ਅਰਥ ਹੋਣਗੇ। ਕਿਉਂਕਿ ਗੁਰਬਾਣੀ ਦੇ ਵਿੱਚ ਅਰਥ ਤੇ ਭਾਵ ਅਰਥ ਦਾ ਬੜਾ ਡੂੰਘਾ ਸੰਬੰਧ ਹੈ। ਅੱਖਰੀ ਅਰਥ ਕਰਕੇ ਤੁਰ ਜਾਣ ਦੇ ਨਾਲ ਕਈ ਵਾਰ ਅਸੀਂ ਕਈ ਤਰ੍ਹਾਂ ਦੇ ਛੰਕੇ ਮਨ ਵਿੱਚ ਪੈਦਾ ਕਰ ਲੈਨੇ, ਇਦਾਂ ਕਿਵੇਂ ਹੋ ਸਕਦਾ ਸੀ। ਇਸ ਲਈ ਭਾਵ ਅਰਥਾਂ ਦਾ ਹੋਣਾ ਵੀ ਬੜਾ ਜ਼ਰੂਰੀ ਹੈ। ਫਰੀਦਾ ਨੱਢੀ ਕੰਤ ਨਾ ਰਾਵਿਓ ਵੱਡੀ ਥੀ ਮੋਈ ਆਸ। ਪਹਿਲਾਂ ਆਪਾਂ ਇਹਦੇ ਅੱਖਰੀ ਅਰਥ ਕਰਾਂਗੇ। ਇਸ ਜਵਾਨ ਜੀਵ ਇਸਤਰੀ ਨੇ ਆਪਣੇ ਪਤੀ ਦਾ ਸਾਥ ਨਹੀਂ ਮਾਣਿਆ, ਸਾਰੀ ਜ਼ਿੰਦਗੀ ਪਤੀ ਵੱਲ ਧਿਆਨ ਨਹੀਂ ਦਿੱਤਾ, ਪਤੀ ਵੱਲ ਖਿਆਲ ਵੀ ਨਹੀਂ ਆਇਆ, ਆਪਣੇ ਪਤੀ ਦੇ ਮਿਲਾਪ ਲਈ ਇਹਨੇ ਕੋਈ ਉਦਮ ਨਹੀਂ ਕੀਤਾ, ਤੇ ਮਰਨ ਤੋਂ ਬਾਅਦ ਵੱਡੀ ਥੀ ਮੋਈ ਆਸ, ਵਡੇਰੀ ਉਮਰ ਹੋ ਗਈ, ਮਰਨਾ ਪੱਲੇ ਪੈ ਗਿਆ, ਮੌਤ ਪੱਲੇ ਪੈ ਗਈ। ਫਿਰ ਉਹੀਓ ਇਸਤਰੀ ਗੌਰ ਦੇ ਵਿੱਚ ਜਾ ਕੇ, ਕਬਰ ਦੇ ਵਿੱਚ ਜਾ ਕੇ ਇਹ ਇੱਛਾ ਰੱਖੇ ਕਿ ਮੈਂ ਆਪਣੇ ਪਤੀ ਨਾਲ ਮਿਲਾਪ ਕਰਨਾ, ਮੈਂ ਆਪਣੇ ਪਤੀ ਨੂੰ ਮਿਲਣਾ ਚਾਹੁੰਦੀ ਹਾਂ। ਧਨ ਕੂ ਕਹਿੰਦੀ ਗੌਰ ਮੈਂ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਕੂ ਕਹਿੰਦੀ ਕੂਕਦੀ ਹੈ, ਗੌਰ ਮੈਂ, ਗੌਰ ਦਾ ਅਰਥ ਹੁੰਦਾ ਕਬਰ। ਤੈ ਸ਼ਾ ਨਾ ਮਿਲੀ ਆਸ, ਆਖਣ ਲੱਗੇ ਤੂੰ ਵੇਲੇ ਸਿਰ ਆਪਣੇ ਪਤੀ ਨਾਲ ਮਿਲਾਪ ਨਹੀਂ ਕੀਤਾ, ਇਸ ਲਈ ਤੂੰ ਹੁਣ ਕਬਰ ਵਿੱਚ ਪੈ ਗਈ ਹੈ, ਹੁਣ ਤੈਨੂੰ ਤੇਰੇ ਪਤੀ ਦਾ ਮਿਲਾਪ ਹਾਸਲ ਨਹੀਂ ਹੋਵੇਗਾ। ਬੜੇ ਕੀਮਤੀ ਅਰਥ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਬਹੁਤ ਕੀਮਤੀ ਸ਼ਬਦ ਨੇ ਭਗਤ ਫਰੀਦ ਸਾਹਿਬ ਜੀ ਦੇ। ਇਹ ਜਦ ਇਹਨੂੰ ਭਾਵ ਅਰਥਾਂ ਦੇ ਵਿੱਚ ਵੇਖਾਂਗੇ ਤੇ ਇਹਦੇ ਅਰਥ ਇਉਂ ਹੋਣਗੇ, ਜਿਸ ਵਕਤ ਮਨੁੱਖ ਤੂੰ ਜਵਾਨੀ ਵੇਲੇ ਸੀ। ਜਵਾਨੀ ਵੇਲੇ ਦਾ ਅਰਥ ਹੈ ਉਹ ਸਮਾਂ ਜਦੋਂ ਤੇਰੀ ਸੁਰਤ ਵਿੱਚ ਕਿਧਰੇ ਕੋਈ ਵਿਕਾਰ ਨਹੀਂ ਸੀ, ਤੇਰਾ ਸਰੀਰ ਵਿਕਾਰਾਂ ਦੇ ਵੱਲੋਂ ਕੁਆਰਾ ਸੀ, ਤੇਰੀ ਸੁਰਤ ਵਿੱਚ ਕੋਈ ਇਦਾਂ ਦੀ ਭਾਵਨਾ ਨਹੀਂ ਸੀ, ਝੂਠ ਫਰੇਬ ਤੇ ਕਰਪਟ ਵਾਲੀਆਂ ਭਾਵਨਾਵਾਂ ਤੇਰੇ ਅੰਦਰ ਉਜਾਗਰ ਹੀ ਨਹੀਂ ਸਨ। ਉਸ ਵਕਤ ਤੂੰ ਮਨ ਕਰਕੇ, ਸੁਰਤ ਕਰਕੇ ਜਵਾਨ ਸੀ। ਗੱਲ ਸਰੀਰ ਦੀ ਨਹੀਂ ਹੈ, ਮਨ ਦੇ ਜਵਾਨ ਹੋਣ ਦੀ ਗੱਲ ਹੈ, ਮਨ ਤਾਕਤਵਰ ਹੋਣ ਦੀ ਗੱਲ ਹੈ। ਸਰੀਰ ਤਾਂ 70 ਸਾਲ ਦੀ ਉਮਰ ਵਿੱਚ ਬਿਰਧ ਹੋ ਜਾਂਦਾ ਹੈ, ਪਰ ਜਦੋਂ ਮਨ ਤਾਕਤਵਰ ਸੀ ਨਾ, ਤੇ ਤਾਕਤਵਰ ਮਨ ਨੇ 18 ਸ਼ੇਰ ਦਾ ਖੰਡਾ ਹੱਥ ਵਿੱਚ ਪਕੜਾ ਕੇ ਦਰਬਾਰ ਸਾਹਿਬ ਦੀ ਹੁੰਦੀ ਬੇਅਦਬੀ
ਵੇਖ ਕੇ ਹੱਥ ਵਿੱਚ ਖੰਡਾ ਪਕੜਿਆ ਤੇ ਇਸ ਮਨ ਦੀ ਦ੍ਰਿੜਤਾ ਨੇ ਹੱਥ ਵਿੱਚ ਖੰਡਾ ਫੜਾ ਕੇ ਆਖਿਆ, ਤੂੰ ਬਿਰਧ ਨਹੀਂ ਹੈ, ਤੂੰ ਜਵਾਨ ਹੈ, ਤੂੰ ਚੜ੍ਹਦੀ ਕਲਾ ਵਾਲਾ ਹੈ, ਚੱਲ ਉੱਠ ਜਾ ਕੇ ਆਪਣੇ ਗੁਰਧਾਮਾਂ ਦੀ ਹੁੰਦੀ ਬੇਅਦਬੀ ਨੂੰ ਰੋਕ। ਇਹ ਹੈ ਮਨ ਦੀ ਦ੍ਰਿੜਤਾ ਤੇ ਮਨ ਦੀ ਨੌਜਵਾਨਪਣ। ਇਹਨੂੰ ਕਹਿੰਦੇ ਨੇ ਜਵਾਨੀ ਦੀ ਉਮਰ। ਮਨ ਦੇ ਜਵਾਨ ਹੋਣ ਦੀ ਗੱਲ ਸਤਿਗੁਰੂ ਨੇ ਕੀਤੀ। ਜਿੱਥੇ ਮਨ ਦੇ ਅੰਦਰ ਦ੍ਰਿੜਤਾ ਨਹੀਂ ਹੈ, ਜਿੱਥੇ ਮਨ ਵਿਸ਼ੇ ਵਿਕਾਰਾਂ ਤੋਂ ਬਚ ਗਿਆ, ਸਤਿਗੁਰੂ ਕਹਿੰਦੇ ਉਹ ਜਵਾਨ ਮਨ ਹੈ। ਜਿੱਥੇ ਵਿਸ਼ੇ ਵਿਕਾਰ ਮਨ ਨੂੰ ਚਿੰਬੜ ਗਏ, ਉਹ ਬਿਮਾਰ ਮਨ ਹੈ। ਤੋ ਫਰੀਦ ਸਾਹਿਬ ਜੀ ਨੇ ਕੁਝ ਇਸ ਗੱਲ ਦੀ ਵਿਆਖਿਆ ਬੜੇ ਸੁੰਦਰ ਢੰਗ ਨਾਲ ਕੀਤੀ। ਬੰਦਾ ਜ਼ਿੰਦਗੀ ਦੇ ਲੰਘਣ ਤੋਂ ਬਾਅਦ ਪਛਤਾਉਂਦਾ ਹੈ। ਕੁਝ ਕਰਮ ਉਹ ਹੁੰਦੇ ਨੇ ਜਿਹੜੇ ਕਰਨ ਦੇ ਯੋਗ ਹੁੰਦੇ ਨੇ, ਕੁਝ ਕਰਮ ਉਹ ਹੁੰਦੇ ਨੇ ਜਿਹੜੇ ਨਾ ਕਰਨ ਯੋਗ ਹੁੰਦੇ ਨੇ। ਪਰ ਬੰਦਾ ਕਰਨ ਯੋਗ ਕੰਮਾਂ ਵੱਲ ਜਦੋਂ ਧਿਆਨ ਨਾ ਦੇਵੇ ਸਾਰੀ ਜ਼ਿੰਦਗੀ, ਤੇ ਨਾ ਕਰਨ ਯੋਗ ਕੰਮਾਂ ਵੱਲ ਧਿਆਨ ਦੇ ਕੇ ਉਹਨਾਂ ਦੇ ਵਿੱਚ ਸੁਰਤ ਟਿਕਾ ਕੇ ਬੰਦਾ ਸਦਾ ਹੀ ਉਹਨਾਂ ਨੂੰ ਪ੍ਰੈਕਟੀਕਲ ਰੂਪ ਦਿੰਦਾ ਰਹੇ, ਉਹੀਓ ਕੰਮ ਕਰਦਾ ਰਹੇ ਜਿਨ੍ਹਾਂ ਦੀ ਲੋੜ ਨਹੀਂ ਸੀ, ਜਿਨ੍ਹਾਂ ਨੂੰ ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਆਖਿਆ, ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ। ਉਹ ਕੰਮ ਜੀਵਨ ਵਿੱਚੋਂ ਵਿਸਾਰ ਦੇ ਜਿਨ੍ਹਾਂ ਕੰਮਾਂ ਦੇ ਵਿੱਚ ਗੁਣ ਹੀ ਕੋਈ ਨਹੀਂ। ਤੇ ਬੜੀ ਤਕੜੀ ਇਹ ਤਾੜਨਾ ਕੀਤੀ ਹੈ, ਪ੍ਰੇਰਨਾ ਦਿੱਤੀ ਹੈ, ਉਹ ਕੰਮ ਛੱਡ ਦੇ ਜੀਵਨ ਵਿੱਚੋਂ ਜਿਨ੍ਹਾਂ ਕੰਮਾਂ ਵਿੱਚ ਕੋਈ ਗੁਣ ਨਹੀਂ ਹੈ। ਪਰ ਮਨੁੱਖ ਬਾਰ-ਬਾਰ ਉਹ ਕੰਮ ਕਰਦਾ ਜਿਨ੍ਹਾਂ ਕੰਮਾਂ 'ਚ ਗੁਣ ਹੀ ਕੋਈ ਨਹੀਂ ਹੈ। ਜਿਸ ਪਾਸਿਓਂ ਸਾਨੂੰ ਜੀਵਨ ਦਾ ਉਹ ਪੱਖ ਸਾਡੇ ਜੀਵਨ ਵਿੱਚ ਆਉਣਾ ਸੀ, ਜੀਵਨ ਦਾ ਰਾਹ ਮਿਲਣਾ ਸੀ, ਜੀਵਨ ਜਿਉਣਾ ਸਿੱਖਣਾ ਸੀ, ਜਿਸ ਪਾਸੇ ਤੋਂ ਉਹ ਰਸਤੇ ਮਨੁੱਖ ਨੇ ਆਪਣੇ ਹੱਥੀਂ ਬੰਦ ਕਰ ਦਿੱਤੇ ਨੇ। ਆਪਣੇ ਹੱਥੀਂ ਉਹਨਾਂ ਰਾਹਾਂ ਨੂੰ ਬੰਦ ਕਰ ਦਿੱਤਾ। ਉਹਨਾਂ ਦਰਵਾਜ਼ਿਆਂ ਨੂੰ ਖੋਲ੍ਹ ਰਿਹਾ ਹੈ ਜਿਨ੍ਹਾਂ ਦਰਵਾਜ਼ਿਆਂ ਦੇ ਅੰਦਰ ਐਂਟਰ ਹੋਣ ਤੋਂ ਬਾਅਦ ਜੀਵਨ ਖਤਰੇ ਵਿੱਚ, ਜਿਉਂਦੇ ਵਾਪਸ ਮੁੜਨ ਦੀ ਕੋਈ ਆਸ ਨਹੀਂ। ਬੰਦੇ ਨੇ ਉਹ ਰਾਹ ਖੋਲ੍ਹ ਲਏ ਨੇ। ਉਸ ਦਰਵਾਜ਼ੇ ਵੱਲ ਨੂੰ ਤੁਰਦਾ ਨਹੀਂ ਹੈ। ਜਿਸ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰੇਗਾ ਤੇ ਜੀਵਨ ਹੀ ਜੀਵਨ ਹੋਵੇਗਾ। ਇੱਕ ਦਰਵਾਜ਼ਾ ਉਹ ਹੈ ਜਿਸ ਦਰਵਾਜ਼ੇ ਅੰਦਰ ਪ੍ਰਵੇਸ਼ ਹੁੰਦਿਆਂ ਮੌਤ ਹੀ ਮੌਤ ਹੈ। ਪਰ ਬੰਦੇ ਨੇ ਖੋਲ੍ਹਿਆ ਮਨ ਮਰਜ਼ੀ ਦੇ ਨਾਲ ਉਹ ਦਰਵਾਜ਼ਾ ਹੈ ਜਿੱਥੇ ਮੌਤ ਹੀ ਮੌਤ ਹੈ, ਜਿੱਥੇ ਕਾਲ ਹੀ ਕਾਲ ਹੈ, ਜਿੱਥੇ ਵਿਸ਼ੇ ਵਿਕਾਰ ਤੇ ਤਰ੍ਹਾਂ ਤਰ੍ਹਾਂ ਦੇ ਵਿਕਾਰ ਜਿਹੜੇ ਨੇ ਬੰਦੇ ਨੂੰ ਚਿੰਬੜ ਜਾਂਦੇ ਨੇ। ਸਾਰੀ ਜ਼ਿੰਦਗੀ ਕੂਕਦਾ ਹੈ ਬੰਦਾ, ਪਰ ਹੋਇਆ ਐਸਾ ਹੀ, ਅੰਤ ਸਮੇਂ ਬੰਦਾ ਪਛਤਾਉਂਦਾ ਹੈ। ਉਸ ਵਕਤ ਬੰਦਾ ਪਛਤਾਉਂਦਾ ਹੈ ਜਦੋਂ ਆਤਮਿਕ ਮੌਤ ਹੋ ਜਾਂਦੀ ਹੈ। ਮਾਨੋ ਉਹ ਮਨੁੱਖ ਗੌਰ ਵਿੱਚ ਪੈ ਜਾਂਦਾ ਹੈ, ਕਬਰ ਵਿੱਚ ਪੈ ਜਾਂਦਾ ਹੈ। ਕਬਰ ਵਿੱਚ ਪੈਣ ਦਾ ਅਰਥ ਇਹ ਹੁੰਦਾ ਹੈ ਆਤਮਿਕ ਮੌਤੇ ਮਰ ਜਾਣਾ। ਆਖਰ ਆਪਾਂ ਸਮਾਜ ਵਿੱਚ ਇਹ ਮੁਹਾਵਰੇ ਦੇ ਤੌਰ ਤੇ ਗੱਲ ਸੁਣਦੇ ਹਾਂ, ਇਹਦੇ ਨਾਲੋਂ ਤਾਂ ਤੇਰੇ ਨਾਲੋਂ ਤੇ ਮੁਰਦੇ ਚੰਗੇ ਨੇ, ਤੂੰ ਤਾਂ ਮਰਿਆ ਹੋਇਆ ਨਜ਼ਰ ਹੀ ਆ ਰਿਹਾ। ਇਉਂ ਸ਼ਬਦ ਵਰਤਦੇ ਨੇ, ਤੂੰ ਤਾਂ ਇਸ ਗੱਲ ਤੇ ਹੀ ਮਰ ਗਿਆ। ਇਹ ਸਰੀਰ ਕਰਕੇ ਮਰਨ ਦੀਆਂ ਗੱਲਾਂ ਨਹੀਂ ਹੁੰਦੀਆਂ। ਤੇਰੇ ਕੋਲ ਤਾਂ ਇੰਨਾ ਹੌਸਲਾ ਨਹੀਂ ਹੈ ਕਿ ਮੈਂ ਆਹ ਕੰਮ ਕਰ ਲਵਾਂ, ਤੈਨੂੰ ਤਾਂ ਕੰਮ ਦੱਸਦਿਆਂ ਸਾਰ ਮੌਤ ਪੈ ਗਈ ਹੈ। ਇਤਿਆਦਿਕ ਸ਼ਬਦ ਜਿਹੜੇ ਉਦੋਂ ਵਰਤੇ ਜਾਂਦੇ ਨੇ, ਇਹ ਸਰੀਰ ਦੀ ਮੌਤ ਦਾ ਜ਼ਿਕਰ ਨਹੀਂ ਹੁੰਦਾ। ਬੰਦਾ ਜਿਸ ਕੰਮ ਨੂੰ ਬੰਦੇ ਨੇ ਕਦੇ ਜੀਵਨ ਵਿੱਚ ਹੱਲ ਹੀ ਨਾ ਕੀਤਾ ਹੋਵੇ, ਉਹ ਕੰਮ ਉਹਨੂੰ ਹੱਲ ਕਰਨਾ ਪੈ ਜਾਵੇ, ਸਮਝੋ ਉਦੋਂ ਬੰਦਾ ਕਬਰ ਦੇ ਵਿੱਚ ਜਾ ਪਿਆ ਹੈ। ਉਹਦੇ ਲਈ ਔਖਾ ਹੋ ਗਿਆ, ਕਿਉਂਕਿ ਉਹਨੂੰ ਤਾਂ ਕੰਮ ਕਰਨਾ ਵੀ ਨਹੀਂ ਆਉਂਦਾ ਤੇ ਨਾ ਉਹ ਕੰਮ ਕਰਨਾ ਪਸੰਦ ਕਰਦਾ ਹੈ। ਉਹ ਤਾਂ ਇਹੋ ਜਿਹੀ ਅਵਸਥਾ ਵਿੱਚੋਂ ਗੁਜ਼ਰ ਰਿਹਾ, ਮਾਨੋ ਉਹ ਮਨੁੱਖ ਕਬਰ ਵਿੱਚ ਜਾ ਪਿਆ ਹੈ, ਕੂਕਦਾ ਹੈ। ਕਾਸ਼ ਇਹ ਪਹਿਲਾਂ ਕੀਤਾ ਹੁੰਦਾ। ਤੇ ਬੜੇ ਲੋਕ ਨੇ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਬਚਪਨ ਦੇ ਵਿੱਚ ਬੜੀਆਂ ਬੜੀਆਂ ਗਲਤੀਆਂ ਕਰ ਦਿੱਤੀਆਂ, ਬੜੀਆਂ ਬੜੀਆਂ ਨਾ ਬਖਸ਼ਣ ਯੋਗ ਗਲਤੀਆਂ ਕੀਤੀਆਂ ਜੀਵਨ 'ਚ।
ਇੰਨਾ ਕੁ ਮਨ ਮਰਜ਼ੀ ਨਾਲ ਬਚਪਨ ਤੇ ਜਵਾਨੀ ਬਤੀਤ ਕੀਤਾ, ਬੁਢਾਪੇ ਦੇ ਸਮੇਂ ਬੰਦਾ ਪਛਤਾਵੇ ਨਾਲ ਹੱਥ ਮਲਦਾ ਹੈ, ਕਾਸ਼ ਮੈਂ ਪਹਿਲੋਂ ਜੀਵਨ ਵਿੱਚ ਆਹ ਕੀਤਾ ਹੁੰਦਾ, ਆਹ ਕੀਤਾ ਹੁੰਦਾ। ਭਗਤ ਤਲੋਚਨ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ। ਭਗਤ ਤਲੋਚਨ ਜੀ ਕਹਿੰਦੇ ਨੇ, ਅੰਤ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵਲ ਵਲ ਅਵਤਰੇ। ਹੁਣ ਇਹਨਾਂ ਸ਼ਬਦਾਂ ਦੇ ਜਦੋਂ ਅਰਥ ਕਰਦੇ ਨੇ, ਬਹੁਤ ਸਾਰੇ ਸੱਜਣ ਇਉਂ ਅਰਥ ਕਰ ਦਿੰਦੇ ਨੇ ਵੀ ਜਿਹੜਾ ਆਖਰੀ ਸਾਹ ਤੇ ਬੰਦਾ ਮਾਇਆ ਮਾਇਆ ਕਰਦਾ ਮਰ ਜਾਵੇ ਤੇ ਅਖੀਰ ਤੇ ਉਹ ਸੱਪ ਦੀ ਜੂਨ ਵਿੱਚ ਪੈ ਜਾਂਦਾ ਹੈ। ਪਰ ਮਹਾਰਾਜ ਬਾਣੀ ਵਿੱਚ ਇਉਂ ਆਖਦੇ ਵੀ ਬੰਦਾ ਜਿਉਂਦਾ ਜੇ ਸਾਰੀ ਜ਼ਿੰਦਗੀ ਮਾਇਆ ਮਾਇਆ ਕਰੀ ਜਾਂਦਾ ਹੈ, ਇੱਧਰੋਂ ਪੈਸਾ ਇਕੱਠਾ ਕਰ ਲਵਾਂ, ਉੱਧਰੋਂ ਧਨ ਇਕੱਠਾ ਕਰ ਲਵਾਂ, ਜੇ ਸਾਰੀ ਜ਼ਿੰਦਗੀ ਇਉਂ ਹੀ ਕਰਦਾ ਹੈ ਤੇ ਮਹਾਰਾਜ ਕਹਿੰਦੇ ਉਹ ਸਰਪ ਦੀ ਜੂਨ ਵਿੱਚ ਮੁੜ ਮੁੜ ਕੇ ਪੈ ਰਿਹਾ ਹੈ, ਬਾਰ-ਬਾਰ ਸੱਪ ਦੀ ਜੂਨ ਹੀ ਭੋਗੀ ਜਾ ਰਿਹਾ ਹੈ। ਬੜਾ ਕੀਮਤੀ ਬਚਨ ਆਖਿਆ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਇਹ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਜਿੱਥੇ ਆਖਿਆ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਵੀ ਹੇ ਭਾਈ ਤੈਨੂੰ ਗੋਬਿੰਦ ਦਾ ਨਾਮ ਕਿਧਰੇ ਵਿਸਰ ਨਾ ਜਾਵੇ। ਜੇ ਵਿਸਰ ਗਿਆ ਤੇ ਤੂੰ ਅੰਤ ਕਾਲ ਭਾਵ ਉਹ ਸਮਾਂ ਜਦੋਂ ਤੇਰੀ ਆਤਮਕ ਮੌਤ ਹੋਵੇਗੀ, ਤੇ ਆਤਮਕ ਮੌਤ ਦੇ ਚੱਕਰ ਵਿੱਚ ਤੂੰ ਜਨਮ ਮਰਨ ਦੇ ਗੇੜ ਵਿੱਚ ਪਵੇਂਗਾ। ਜੇ ਮਾਇਆ ਮਾਇਆ ਹੀ ਕਰਦਾ ਰਿਓ, ਇਉਂ ਜਾਣੀ ਕਿ ਤੂੰ ਸੱਪ ਦੀ ਜੂਨ ਵਿੱਚ ਮੁੜ ਮੁੜ ਕੇ ਆ ਰਿਹਾ। ਇਸੇ ਤਰ੍ਹਾਂ ਅੰਤ ਕਾਲ ਜੋ ਮੰਦਰ ਸਿਮਰੇ ਵੀ ਆਖਿਆ, ਅੰਤ ਕਾਲ ਜੋ ਲੜਕੇ ਸਿਮਰੇ ਵੀ ਆਖਿਆ, ਅੰਤ ਕਾਲ ਜੋ ਇਸਤਰੀ ਸਿਮਰੇ ਵੀ ਆਖਿਆ। ਐਸੀ ਚਿੰਤਾ ਮੈਂ ਜੇ ਬਰੇ, ਵੇਸ਼ਵਾ ਜੋਨ ਵਲ ਵਲ ਅਵਤਰੇ। ਕਹਿੰਦੇ ਰਾਤ ਦਿਨ ਸੁਰਤ ਦੇ ਵਿੱਚ ਇਹੋ ਚਿਤਾਰਦੇ ਰਹਿਣਾ, ਤੇ ਉਹ ਸਮਝੋ ਮਨੁੱਖ ਦੀ ਜੂਨ ਵਿੱਚ ਨਹੀਂ, ਉਹ ਤਾਂ ਵੇਸ਼ਵਾ ਦੀ ਜੂਨ ਵਿੱਚ ਤੁਰਿਆ ਫਿਰਦਾ ਹੈ। ਉੱਤੇ ਵੇਸ਼ਵਾ ਵਾਂਗੂ ਤੁਰਿਆ ਫਿਰਦਾ, ਉਹਦਾ ਸੁਭਾਅ ਵੇਸ਼ਵਾ ਵਾਲਾ ਹੈ। ਤੇ ਵੇਸ਼ਵਾ ਦਾ ਨਾਂ ਕੋਈ ਆਪਣਾ ਘਰ ਹੁੰਦਾ ਹੈ, ਵੇਸ਼ਵਾ ਦਾ ਨਾਂ ਕੋਈ ਪਤੀ ਹੁੰਦਾ ਹੈ, ਵੇਸ਼ਵਾ ਦਾ ਕੋਈ ਖਾਸ ਟਿਕਾਣਾ ਨਹੀਂ ਹੁੰਦਾ, ਉਹਦਾ ਕੋਈ ਪਤਾ ਨਹੀਂ ਕਿੱਧਰ ਨੂੰ ਤੁਰ ਜਾਣਾ ਉਹਨੇ। ਇਸ ਲਈ ਮਹਾਰਾਜ ਨੇ ਆਖਿਆ ਤੂੰ ਵੇਸ਼ਵਾ ਨਾ ਬਣ, ਹੇ ਮਨੁੱਖ ਤੇਰਾ ਟਿਕਾਣਾ ਹੋਣਾ ਚਾਹੀਦਾ ਹੈ। ਤੂੰ ਮੁੜ ਮੁੜ ਕੇ ਜਨਮ ਮਰਨ ਦੀ ਪ੍ਰਕਿਰਿਆ ਵਿੱਚ ਨਾ ਜਾ। ਤੇ ਬੰਦਾ ਸਾਰੀ ਜ਼ਿੰਦਗੀ ਇਸ ਕਰਮ ਨੂੰ ਕਰਦਾ ਕਰਦਾ ਸਾਰਾ ਜੀਵਨ ਜਦੋਂ ਬਤੀਤ ਕਰ ਲੈਂਦਾ ਹੈ, ਉਸ ਤੋਂ ਬਾਅਦ ਕੀ ਹੁੰਦਾ, ਬੁਢਾਪਾ ਆ ਜਾਂਦਾ ਤੇ ਪਛਤਾਵੇ ਦੇ ਨਾਲ ਹੱਥ ਮਲਦਾ ਹੈ, ਪਛਤਾਉਂਦਾ ਵੀ ਸਾਰੀ ਜ਼ਿੰਦਗੀ ਇਉਂ ਗੁਜ਼ਰ ਗਈ, ਸਾਰਾ ਜੀਵਨ ਇਉਂ ਹੀ ਬਤੀਤ ਕਰ ਦਿੱਤਾ। ਬਹੁਤ ਸਾਰੇ ਲੋਕ ਇਉਂ ਕਹਿੰਦੇ ਨੇ ਬਚਪਨ ਖਾਣ ਪੀਣ ਦੀ ਉਮਰ ਹੁੰਦੀ ਹੈ ਤੇ ਜਵਾਨੀ ਰੰਗ ਮੇਲਿਆਂ ਦੀ ਉਮਰ ਹੁੰਦੀ ਹੈ। ਬਹੁਤ ਸਾਰੇ ਲੋਕਾਂ ਦਾ ਇਉਂ ਹੀ ਮੰਨਣਾ ਹੈ, 95% ਲੋਕ ਇਹਨੂੰ ਇਉਂ ਹੀ ਜਾਣਦੇ ਨੇ, ਜਵਾਨੀ ਦੀ ਉਮਰ ਹੈ, ਰੰਗ ਤਮਾਸ਼ਿਆਂ ਦੀ ਉਮਰ ਹੈ, ਮੌਜ ਮਸਤੀਆਂ ਦੀ ਉਮਰ ਹੈ ਇਤਿਆਦਿਕ। ਬਚਪਨ ਨੂੰ ਲੋਕਾਂ ਨੇ ਇਉਂ ਮੰਨਿਆ ਵੀ ਇਹ ਤਾਂ ਅਜੇ ਬੱਚਾ ਹੈ, ਅਣਜਾਣ ਹੈ, ਖਾਣ ਪੀਣ ਦੀ ਉਮਰ ਹੈ, ਖੇਡਣ ਮੱਲਣ ਦੀ ਉਮਰ ਹੈ। ਤੇ ਬੁਢਾਪੇ ਦੀ ਅਵਸਥਾ ਨੂੰ ਲੋਕਾਂ ਨੇ ਧਰਮ ਨਾਲ ਜੋੜ ਕੇ ਵੇਖਿਆ ਵੀ ਜਦੋਂ ਇੱਥੇ ਇੱਕ ਬੰਦਾ ਆ ਗਿਆ, ਇਹਦੇ ਹੱਥ ਦੇ ਵਿੱਚ ਜਾਂ ਤਾਂ ਬਾਣੀ ਦਾ ਗੁਟਕਾ ਪਕੜਾ ਦਿਓ ਵੀ ਤੂੰ ਬਾਣੀ ਪੜ੍ਹਿਆ ਕਰ, ਜਾਂ ਫਿਰ ਇੱਕ ਮਾਲਾ ਲੈ ਕੇ ਦੇ ਦਿਓ ਵੀ ਤੂੰ ਨਾਮ ਜਪਿਆ ਕਰ। ਬਸ ਤੀਜੀ ਥਾਂ ਇਹ ਬਣ ਗਈ। ਇਸ ਤੀਜੀ ਥਾਂ ਤੇ ਆ ਕੇ ਬੰਦਾ ਸੋਚਦਾ ਵੀ ਜਿਹੜਾ ਕੰਮ ਅੱਜ ਮੈਂ ਹੁਣ ਕਰ ਰਿਹਾ ਨਾ, ਕਾਸ਼ ਇਹ ਕਿਧਰੇ ਪਹਿਲਾਂ ਕੀਤਾ ਹੁੰਦਾ। ਤੇ ਜਿਹੜੀ ਬਾਣੀ ਨੂੰ ਅੱਜ ਪੜ੍ਹ ਰਿਹਾ ਨਾ, ਇਹ ਬਾਣੀ ਅੱਜ ਤੋਂ 60 ਸਾਲ ਪਹਿਲੋਂ ਪੜ੍ਹੀ ਹੁੰਦੀ ਤੇ ਸ਼ਾਇਦ ਜੀਵਨ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਕਦੇ ਨਾ ਹੁੰਦੀਆਂ। ਇਹ ਬਾਣੀ 50 ਸਾਲ ਪਹਿਲੋਂ ਪੜ੍ਹੀ ਹੁੰਦੀ। ਇਹ ਬਾਣੀ ਦੀ ਵਿਚਾਰ ਦੀ ਸਮਝ ਜਿਹੜੀ ਹੈ ਮੈਨੂੰ ਅੱਜ ਤੋਂ 40-50 ਸਾਲ ਪਹਿਲਾਂ ਲੱਗੀ ਹੁੰਦੀ, ਤੇ ਕਦੇ ਜੀਵਨ ਦੇ ਵਿੱਚ ਝੂਠ, ਫਰੇਬ, ਠੱਗੀ, ਧੋਖਾ, ਰਿਸ਼ਵਤਖੋਰੀ, ਵਿਸ਼ੇ ਵਿਕਾਰ,
ਵਿਭਚਾਰੀ ਬਿਰਤੀ ਇਤਿਆਦਿਕ ਇਹ ਕਰਮ ਕਾਂਡ ਜਾਂ ਇਹ ਵਿਸ਼ੇ ਵਿਕਾਰ ਮੇਰੇ ਜੀਵਨ ਵਿੱਚ ਨਾ ਆਉਂਦੇ। ਹੁਣ ਕੀ ਹੋਇਆ? ਮਨੁੱਖ ਗੌਰ ਵਿੱਚ ਜਾ ਪਿਆ, ਆਤਮਕ ਮੌਤ ਹੋਈ ਹੈ। ਬੰਦਾ ਸਮਝੋ ਕਬਰ ਵਿੱਚ ਪਿਆ ਹੋਇਆ, ਤੇ ਕਬਰ ਵਿੱਚ ਡਿੱਗਾ ਹੋਇਆ ਬੰਦਾ ਕਹਿ ਰਿਹਾ ਮੇਰਾ ਰੱਬ ਨਾਲ ਮਿਲਾਪ ਹੋ ਜਾਵੇ, ਮੈਂ ਆਤਮਕ ਤੌਰ ਤੇ ਜਿਉਂਦਾ ਹੋ ਜਾਵਾਂ, ਮੈਨੂੰ ਸੱਚ ਜਿਉਣਾ ਆ ਜਾਵੇ, ਮੈਂ ਜਿਉਂਦਾ ਹੋ ਜਾਵਾਂ। ਪਰ ਉਦੋਂ ਜਿਉਂਦਾ ਨਹੀਂ, ਤੂੰ ਤਾਂ ਮੁਰਦਾ ਹੋ ਚੁੱਕਿਆ ਉਹਨਾਂ। ਉਦੋਂ ਤਾਂ ਮੌਤ ਹੋ ਚੁੱਕੀ ਹੁੰਦੀ ਹੈ। ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਨਾ, ਸਰੀਰ ਦੀ ਇਕੱਲੀ ਮੌਤ ਨਹੀਂ ਹੁੰਦੀ, ਜਦੋਂ ਬੰਦੇ ਦੀ ਜ਼ਮੀਰ ਦੀ ਮੌਤ ਹੁੰਦੀ ਹੈ ਨਾ, ਸਮਝੋ ਉਦੋਂ ਬੰਦਾ ਕਬਰ ਵਿੱਚ ਜਾ ਪਿਆ ਹੈ। ਤੇ ਕਬਰ ਦੇ ਵਿੱਚ ਡਿੱਗੀ ਹੋਈ ਲਾਸ਼ ਇਉਂ ਕੂਕਦੀ ਹੋਵੇ ਵੀ ਮੈਨੂੰ ਰੱਬ ਨਾਲ ਮਿਲਾ ਦਿਓ, ਉਹ ਲਾਸ਼ ਦਾ ਕੋਈ ਅਰਥ ਨਹੀਂ ਹੈ, ਉਹਦੇ ਕੂਕਣ ਦਾ ਵੀ ਕੋਈ ਅਰਥ ਨਹੀਂ ਹੈ, ਨਾ ਹੀ ਉਹਦਾ ਉਸ ਵਕਤ ਕੋਈ ਮਿਲਾਪ ਹੋ ਸਕਦਾ ਹੈ। ਇਸਲਾਮ ਮਤ ਦੇ ਵਿੱਚ ਭਾਵੇਂ ਕਬਰਾਂ ਦੇ ਵਿੱਚ ਪਏ ਮੁਰਦਿਆਂ ਦੇ ਬਾਰੇ ਇੱਕ ਖਿਆਲ ਬੜਾ ਪ੍ਰਚਲਿਤ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਇਹਨਾਂ ਕਬਰਾਂ ਵਿੱਚ ਦੱਬੇ ਹੋਏ ਮੁਰਦਿਆਂ ਦਾ ਲੇਖਾ ਜੋਖਾ ਕਰਨਾ ਹੈ। ਕਿਆਮਤ ਦਾ ਦਿਨ ਆਵੇਗਾ, ਹਜ਼ਰਤ ਮੁਹੰਮਦ ਸਾਹਿਬ ਆਉਣਗੇ, ਇਹਨਾਂ ਸਾਰੇ ਪਏ ਹੋਏ ਜਿਹੜੇ ਕਬਰਾਂ ਵਿੱਚ ਮੁਰਦੇ ਨੇ ਉੱਠ ਕੇ ਖੜੇ ਹੋਣਗੇ, ਇਹਨਾਂ ਦਾ ਲੇਖਾ ਜੋਖਾ ਹੋਵੇਗਾ। ਇਹ ਇੱਕ ਖਿਆਲ ਹੈ, ਇਸਲਾਮ ਮਤ ਦਾ ਇੱਕ ਖਿਆਲ ਹੈ, ਔਰ ਅਜੇ ਤੱਕ ਇਦਾਂ ਹੋਇਆ ਨਹੀਂ। ਜੋ ਕਬਰ ਵਿੱਚ ਪੈ ਗਿਆ ਉਹ ਕੂਕਦਾ ਰਵੇ, ਭਾਵੇਂ ਸਾਰੀ ਜ਼ਿੰਦਗੀ ਅੱਲਾ ਖੁਦਾ ਦੇ ਨਾਲ ਮਿਲਾਪ ਹੋ ਜਾਵੇ, ਪਰ ਕਿਵੇਂ ਹੋਵੇਗਾ? ਕਿਉਂਕਿ ਜਦੋਂ ਸਮਾਂ ਹੀ ਜੀਵਨ ਦਾ ਗਵਾ ਲਿਆ, ਜਿਹੜਾ ਸਮਾਂ ਸੀ ਜੀਵਨ ਦਾ ਉਹ ਤੇ ਗਵਾ ਚੁੱਕਾ ਹੈ। ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੋਇਆਸ, ਜਦੋਂ ਜਵਾਨੀ ਦਾ ਸਮਾਂ ਸੀ, ਭਾਵ ਜਦੋਂ ਮਾਲਕ ਵਾਹਿਗੁਰੂ ਦੇ ਗੁਣ ਚੇਤੇ ਕਰਨ ਦਾ ਸਮਾਂ ਸੀ, ਉਹ ਤੇ ਗਵਾ ਬੈਠਾ ਹੈ, ਉਹ ਤਾਂ ਸਮਾਂ ਗੁਜ਼ਰ ਗਿਆ। ਮਿਸਾਲ ਦੇ ਤੌਰ ਤੇ ਕਿਸੇ ਬੰਦੇ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਟਰੈਵਲ ਕਰਨੀ ਹੋਵੇ, ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਹੋਵੇ, ਤੇ ਉਹ ਹਵਾਈ ਜਹਾਜ਼ ਦਾ ਸਫ਼ਰ ਕਰਕੇ ਦੂਜੀ ਦੁਨੀਆ ਵਿੱਚ ਪਹੁੰਚ ਸਕਦਾ ਹੈ, ਦੂਜੇ ਲੋਕਾਂ ਵਿੱਚ ਪਹੁੰਚ ਸਕਦਾ ਹੈ। ਔਰ ਇਦਾਂ ਜੇ ਮਨੁੱਖ ਸਮੇਂ ਸਿਰ ਆਪਣੀ ਫਲਾਈਟ ਪਕੜੇਗਾ ਤਾਂ ਪਹੁੰਚੇਗਾ, ਅਦਰਵਾਈਜ਼ ਜੇ ਰਤਾ ਮਾਤਰ ਲੇਟ ਹੋ ਗਿਆ, 5 7 10 ਮਿੰਟ ਲੇਟ ਹੋ ਗਿਆ, ਫਿਰ ਫਲਾਈਟ ਨਹੀਂ ਮਿਲੇਗੀ, ਫਿਰ ਜਹਾਜ਼ ਨਹੀਂ ਮਿਲੇਗਾ, ਫਿਰ ਬੰਦੇ ਦੇ ਕੋਲ ਕੇਵਲ ਤੇ ਕੇਵਲ ਪਛਤਾਵਾ ਬਚਦਾ ਹੈ। ਫਲਾਈਟ ਉੱਡ ਗਈ ਹੈ, ਬੰਦਾ ਹੱਥ ਮਲਦਾ ਰਹਿ ਗਿਆ, ਆਪਣੇ ਆਪ ਨੂੰ ਕੋਸਦਾ ਹੈ। ਰੇਲ ਗੱਡੀ ਦੀ ਟਿਕਟ ਬੰਦੇ ਨੇ ਬੁੱਕ ਕਰਵਾਈ ਹੋਵੇ ਤੇ ਸਮੇਂ ਸਿਰ ਰੇਲਵੇ ਸਟੇਸ਼ਨ ਤੇ ਪਹੁੰਚੇ ਹੀ ਨਾ, ਰੇਲ ਗੱਡੀ ਲੰਘ ਜਾਵੇ, ਬੰਦਾ ਹੱਥ ਮਲਦਾ ਰਹਿ ਜਾਂਦਾ ਹੈ, ਕੇਵਲ ਪਛਤਾਵਾ ਪੱਲੇ ਵਿੱਚ ਰਹਿੰਦਾ ਹੈ। ਇਵੇਂ ਬੰਦੇ ਦੀ ਜ਼ਿੰਦਗੀ ਜਿਹੜੀ ਹੈ, ਜੇ ਇਹਨੇ ਸਮੇਂ ਸਿਰ ਸੰਭਾਲ ਹੀ ਨਾ ਕੀਤੀ, ਮਨੁੱਖ ਨੇ ਇਸ ਮਨੁੱਖਾ ਜੀਵਨ ਨੂੰ ਸਮੇਂ ਸਿਰ ਦੇਖਿਆ ਨਾ, ਸੰਭਾਲਿਆ ਨਾ, ਜਦੋਂ ਗੁਜ਼ਰ ਗਿਆ ਆਖਰੀ ਸਮੇਂ ਬੰਦਾ ਪਛਤਾਵੇ ਦੇ ਨਾਲ ਹੱਥ ਮਲਦਾ ਹੈ। ਬਸ ਉਸ ਵਕਤ ਇਉਂ ਕਹਿੰਦਾ ਕਾਸ਼ ਉਹ ਸਮਾਂ ਦੁਬਾਰਾ ਮੁੜ ਕੇ ਆ ਜਾਵੇ ਤੇ ਮੈਂ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਵਾਂ, ਪਰ ਹੁੰਦਾ ਨਹੀਂ ਇੱਦਾਂ, ਇਹ ਨਾਮੁਮਕਿਨ ਗੱਲਾਂ ਨੇ। ਬਾਬਾ ਫਰੀਦ ਸਾਹਿਬ ਜੀ ਆਖਦੇ, ਨੰਢੀ ਕੰਤ ਨਾ ਰਾਵਿਓ, ਜਦੋਂ ਜਵਾਨੀ ਦਾ ਸਮਾਂ ਸੀ, ਭਾਵ ਜਦੋਂ ਸਮਾਂ ਸੀ ਮਾਲਕ ਨੂੰ ਚੇਤੇ ਕਰਨ ਦਾ, ਉਦੋਂ ਤੂੰ ਕਹਿ ਦਿੱਤਾ ਬਚਪਨ ਹੈ, ਉਦੋਂ ਕਹਿ ਦਿੱਤਾ ਵੀ ਜਵਾਨੀ ਰੰਗ ਮੌਜ ਮੇਲਿਆਂ ਦੀ ਹੈ, ਉਦੋਂ ਤਾਂ ਤੂੰ ਇਸ ਪਾਸੇ ਇਹ ਗੱਲਾਂ ਕਰਕੇ ਤੇ ਜੀਵਨ ਨੂੰ ਇਉਂ ਹੀ ਬਰਬਾਦ ਕਰ ਦਿੱਤਾ। ਬੇਨਤੀ ਕਰਾਂ, ਇਤਿਹਾਸ ਦੇ ਨਾਇਕ ਹੋਏ ਨੇ ਜਿਹੜੇ ਸਾਡੀ ਕੌਮ ਦੇ, ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ। ਇੱਥੇ ਤਾਂ ਉਮਰਾਂ ਦੀਆਂ ਗੱਲਾਂ ਨਹੀਂ ਹੈ, ਇੱਥੇ ਤਾਂ 17 ਸਾਲ ਦੇ ਨੌਜਵਾਨ ਨੇ ਵੀ ਸ਼ਹੀਦੀ ਦਿੱਤੀ ਹੈ, ਉਹਨੇ ਵੀ ਆਖਿਆ ਮੈਂ ਧਰਮ ਦੇ ਲੇਖੇ ਲਾਵਾਂਗਾ ਜਿੰਦ। ਇੱਥੇ ਤਾਂ 7 ਸਾਲ 9 ਸਾਲ ਦੇ ਬੱਚੇ ਵੀ ਬਾਣੀ ਪੜ੍ਹਨ ਵਾਲੇ ਤੇ ਬਾਣੀ ਮੁਤਾਬਕ ਚੱਲਣ ਵਾਲੇ, 15 ਤੋਂ 17 ਸਾਲ ਦੇ ਗੱਭਰੂ ਵੀ ਬਾਣੀ ਪੜ੍ਹਨ ਵਾਲੇ ਤੇ ਬਾਣੀ ਦੇ ਲੇਖੇ ਲਾ ਕੇ ਜੀਵਨ ਤੁਰਨ ਵਾਲੇ। ਭਾਈ ਤਾਰੂ ਸਿੰਘ ਵਰਗੇ ਤੇ ਭਾਈ ਸ਼ੋਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਵਰਗੇ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵਰਗੇ ਜਵਾਨੀ ਵਿੱਚ ਹੀ ਨੇ ਨਾ ਉਮਰਾਂ, ਕੋਈ ਬੁਢਾਪੇ ਵਿੱਚ ਨਹੀਂ ਹੈ।
ਬਾਣੀ ਤੋਂ ਬਿਨਾ ਇੱਕ ਰਤੀ ਮਾਤਰ ਵੀ ਇੱਧਰ ਉੱਧਰ ਨਹੀਂ ਹੈ ਜੀਵਨ, ਬਾਣੀ ਦੇ ਵਿੱਚ ਭਿੱਜ ਕੇ ਜਿਉਂਦੇ ਨੇ। ਅੱਜ ਦੇ ਯੁੱਗ ਵਿੱਚ ਬੜੀ ਬਦਕਿਸਮਤੀ ਦੀ ਬਾਤ ਇਹ ਹੈ, ਮੈਂ ਆਰੰਭ ਵਿੱਚ ਅਰਜ਼ ਕੀਤੀ ਸੀ, ਹਰ ਬੰਦਾ ਬਾਣੀ ਨੂੰ ਪੜ੍ਹਨ ਦਾ ਨਜ਼ਰੀਆ ਆਪਣੀਆਂ ਭਾਵਨਾਵਾਂ ਤੇ ਲੋੜਾਂ ਦੇ ਮੁਤਾਬਕ ਰੱਖਦਾ ਹੈ। ਮੇਰੀ ਲੋੜ ਕਿਹੋ ਜਿਹੀ ਹੈ, ਮੈਂ ਉਹੋ ਜਿਹੀ ਬਾਣੀ ਪੜ੍ਹਾਂਗਾ। ਜੇ ਮੈਂ ਕੁਝ ਮੰਗਣਾ ਤੇ ਉਦਾਂ ਦਾ ਸ਼ਬਦ ਬਾਣੀ ਵਿੱਚੋਂ ਕੱਢ ਲੈਣਾ ਹੈ। ਜੇ ਮੈਂ ਰੋਗੀ ਹਾਂ ਤੇ ਉਦਾਂ ਦਾ ਬਾਣੀ ਵਿੱਚੋਂ ਸ਼ਬਦ ਪੜ੍ਹ ਲੈਣਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਹ ਮੇਰੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ ਕੰਮ, ਕਿਉਂਕਿ ਮੈਂ ਆਪਣੀ ਲੋੜ ਦੇ ਆਧਾਰ ਤੇ ਬਾਣੀ ਨੂੰ ਪੜ੍ਹ ਰਿਹਾ। ਅਜੇ ਕਿ ਸਤਿਗੁਰੂ ਮਹਾਰਾਜ ਨੇ ਆਖਿਆ, ਇਹ ਬਾਣੀ ਤਾਂ ਪੜ੍ਹਨੀ ਹੈ ਤੂੰ ਤਾਂ ਕਿ ਤੇਰਾ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਜੀਵਨ ਸਵਰ ਜਾਵੇ। ਜਿਸ ਮਿਸ਼ਨ ਦੇ ਲਈ ਆਇਆ, ਜਿਹੜਾ ਟੀਚਾ ਲੈ ਕੇ ਸੰਸਾਰ ਦੁਨੀਆ ਵਿੱਚ ਆਇਆ ਹੈ, ਉਹਨੂੰ ਤੂੰ ਸਰ ਕਰ ਸਕੇ। ਪਰ ਮਨੁੱਖ ਨੇ ਆਪਣਾ ਮਿਸ਼ਨ ਜਿਹੜਾ ਸੀ ਉਹ ਛੱਡ ਦਿੱਤਾ ਹੈ, ਆਪਣਾ ਟੀਚਾ ਤੇ ਵਿੱਚੇ ਛੱਡ ਦਿੱਤਾ ਹੈ। ਇੰਨੀ ਰਾਹ ਦੇ ਵਿੱਚੋਂ ਪੱਗ ਡੰਡੀਆਂ ਨੂੰ ਤੁਰ ਪਿਆ ਹੈ, ਅਸਲੀ ਮਾਰਗ ਛੱਡ ਦਿੱਤਾ ਇਹਨੇ। ਪੱਗ ਡੰਡੀਆਂ ਜਿਹੜੀਆਂ ਸੀ ਉਹ ਪਕੜ ਲਈਆਂ ਨੇ। ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਫਰੀਦਾ ਨੱਢੀ ਕੰਤ ਨਾ ਰਾਵਿਓ, ਵੱਡੀ ਥੀ ਮੁਯਾਸ। ਜਦੋਂ ਭਰ ਜਵਾਨੀ ਦੀ ਉਮਰ ਸੀ, ਜਦੋਂ ਵੇਲਾ ਸੰਭਾਲਣ ਦਾ ਸਮਾਂ ਸੀ, ਉਦੋਂ ਬੰਦੇ ਨੇ ਸੰਭਾਲਿਆ ਕੋਈ ਨਹੀਂ। ਵੱਡੀ ਥੀ ਮੁਯਾਸ, ਹੰਕਾਰ ਦੇ ਵਿੱਚ ਇਹ ਜੀਵ ਇਸਤਰੀ ਆਪਣੇ ਆਪ ਨੂੰ ਵੱਡੀ ਅਖਵਾਉਂਦੀ ਸੀ। ਆਪਣੇ ਆਪ ਨੂੰ ਧਨਾੜ ਹੰਕਾਰੀ ਬਿਰਤੀ ਨੇ ਇਹਨੂੰ ਇੰਨਾ ਕੁ ਪਟਕਾਇਆ, ਇੰਨਾ ਕੁ ਪ੍ਰੇਰਨਾ ਦੇ ਦਿੱਤੀ, ਆਖਿਆ ਵੀ ਤੇਰੇ ਵਰਗਾ ਤਾਂ ਸੰਸਾਰ 'ਚ ਹੀ ਕੋਈ ਨਹੀਂ, ਤੂੰ ਹੈ ਜਿਹੜਾ ਦੁਨੀਆ ਨੂੰ ਚਲਾ ਰਿਹਾ। ਇਹ ਹੰਕਾਰ ਦੀ ਸਿਖਰ ਹੋ ਗਈ। ਹੰਕਾਰ ਦੇ ਵਿੱਚ ਜਾ ਕੇ ਆਤਮਕ ਮੌਤ ਹੋ ਗਈ। ਵੱਡੀ ਥੀ ਮੁਯਾਸ, ਜਿਵੇਂ ਮਹਾਰਾਜ ਨੇ ਬਾਣੀ 'ਚ ਜ਼ਿਕਰ ਕੀਤਾ ਨਾ, ਵੱਡਾ ਹੋਆ ਦੁਨੀਦਾਰ। ਜਦੋਂ ਦੁਨੀਦਾਰ, ਦੁਨੀਆ ਵਿੱਚ ਰਹਿਣ ਵਾਲਾ ਬੰਦਾ ਆਪਣੇ ਆਪ ਨੂੰ ਵੱਡਾ ਖਵਾਉਣ ਲੱਗ ਪਿਆ, ਗਲ ਸੰਗਲ ਘੱਤ ਚਲਾਇਆ, ਵਿਸ਼ੇ ਵਿਕਾਰਾਂ ਨੇ ਦੇ ਗਲ ਵਿੱਚ ਸੰਗਲ ਪਾ ਲਿਆ, ਭਾਵ ਇਹਨੂੰ ਆਪਣੇ ਅਧੀਨ ਕਰ ਲਿਆ। ਮਹਾਰਾਜ ਨੇ ਤਾਂ ਹੀ ਬਾਣੀ ਚ ਆਖਿਆ, ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਹੀਂ ਗਵਾਰ। ਕੌਣ ਵੱਡਾ? ਮਾਇਆ ਵਡਿਆਈ। ਮਾਇਆ ਕਰਕੇ ਬੰਦਾ ਵਡਿਆਈ ਕਰਵਾਉਂਦਾ ਤੇ ਮਾਇਆ ਦੇ ਹੰਕਾਰ ਵਿੱਚ ਹੀ ਆਤਮਕ ਮੌਤੇ ਮਰ ਜਾਂਦਾ ਹੈ। ਸਤਿਗੁਰੂ ਕਹਿੰਦੇ, ਵੱਡੀ ਥੀ ਮੁਯਾਸ, ਹੰਕਾਰ ਵਿੱਚ ਜਿਉਣ ਵਾਲੀ ਇਹ ਜੀਵ ਇਸਤਰੀ ਜਿਹੜੀ ਸੀ, ਆਪਣੇ ਆਪ ਨੂੰ ਵੱਡੀ ਅਖਵਾਉਂਦੀ, ਵੱਡੱਪਣ ਦੇ ਵਿੱਚ ਹੀ ਆਤਮਕ ਮੌਤ ਹੋ ਗਈ। ਧਨ ਕੂ ਕਹਿੰਦੀ ਗੌਰ ਮੈਂ, ਇਹ ਆਤਮਕ ਮੌਤੇ ਮਰਿਆ ਹੋਇਆ, ਹੁਣ ਇਹਨੂੰ ਦੁੱਖ ਕੋਈ ਨਹੀਂ ਦੇ ਰਿਹਾ। ਇਸ ਜੀਵ ਇਸਤਰੀ ਨੂੰ, ਭਾਵ ਇਸ ਮਨੁੱਖ ਨੂੰ ਹੁਣ ਕੋਈ ਦੁੱਖ ਨਹੀਂ ਦਿੰਦਾ, ਇਹਦੀ ਆਤਮਕ ਮੌਤ ਹੀ ਇਹਨੂੰ ਦੁਖੀ ਕਰ ਰਹੀ ਹੈ। ਜਦੋਂ ਆਤਮਕ ਮੌਤੇ ਬੰਦਾ ਫਿਰ ਦੁਖੀ ਹੁੰਦਾ ਇਹਨਾਂ, ਤੇ ਆਤਮਕ ਮੌਤ ਜਿਹੜੀ ਹੈ ਇੱਕ ਕਬਰ ਦੇ ਵਿੱਚ ਜਾ ਪੈਣ ਦੇ ਬਰਾਬਰ ਹੈ। ਕਿਉਂਕਿ ਕਬਰ ਵਿੱਚ ਨਾ ਹਵਾ ਮਿਲਣੀ, ਨਾ ਪਾਣੀ ਮਿਲਣਾ, ਨਾ ਕੋਈ ਬੋਲ ਚਾਲ ਹੈ, ਨਾ ਕੋਈ ਉੱਠ ਕੇ ਆਪਣਾ ਭਾਵ ਕਿਸੇ ਨਾਲ ਪ੍ਰਗਟ ਕਰ ਸਕਦਾ ਹੈ। ਸਰੀਰ ਡੈਡ ਹੋ ਗਿਆ। ਜਦੋਂ ਬੰਦਾ ਵਿਚਾਰ ਧਾਰਕ ਤੌਰ ਤੇ ਡੈਡ ਹੋ ਜਾਵੇ, ਇਹਦੀਆਂ ਵਿਚਾਰਾਂ ਬਿਲਕੁਲ ਕਮਜ਼ੋਰ ਹੋ ਜਾਣ, ਸਮਝੋ ਉਦੋਂ ਬੰਦੇ ਦੀ ਆਤਮਕ ਮੌਤ ਹੋ ਗਈ ਤੇ ਉਦੋਂ ਕਬਰ ਵਿੱਚ ਜਾ ਪਿਆ ਹੈ। ਤੇ ਮਹਾਰਾਜ ਕਹਿੰਦੇ, ਇਹ ਜੀਵ ਇਸਤਰੀ ਹੁਣ ਕੂਕਦੀ ਹੈ, ਕਬਰ ਵਿੱਚ ਵਾਸਾ ਹੋ ਗਿਆ ਇਹਦਾ। ਇਹਦੇ ਵਿਚਾਰ ਇੰਨੇ ਕਮਜ਼ੋਰ ਹੋ ਗਏ, ਮਾਨੋ ਇਹ ਕਬਰ 'ਚ ਵਾਸਾ ਕਰਕੇ ਬੈਠ ਗਈ। ਤਨ ਕੂ ਕਹਿੰਦੀ ਗੌਰ ਮੈਂ, ਹੁਣ ਕੂਕਦੀ ਹੈ, ਚੀਕਦੀ ਹੈ, ਰੋਂਦੀ ਹੈ ਇਹ ਜੀਵ ਇਸਤਰੀ। ਭਾਵ ਇਹ ਮਨੁੱਖ ਦੁਖੀ ਹੁੰਦਾ ਹੁਣ ਆਤਮਕ ਮੌਤੇ। ਤੈਂ ਸ਼ਾਹ ਨਾ ਮਿਲੀ ਆਸ। ਬਾਬਾ ਫਰੀਦ ਸਾਹਿਬ ਕਹਿੰਦੇ, ਹੁਣ ਦੁਖੀ ਤਾਂ ਹੋਣਾ ਤੇਰਾ ਸੁਭਾਵਕ ਹੈ, ਕਿਉਂਕਿ ਜਦੋਂ ਵਕਤ ਸੀ ਨਾ, ਵਕਤ ਦੇ ਸਮੇਂ ਤੂੰ ਸਮਝਿਆ ਨਹੀਂ ਕਿ ਮੇਰਾ ਖੁਦਾ ਅੱਲਾ ਮਾਲਕ ਵਾਹਿਗੁਰੂ ਕਿੱਡਾ ਗੁਣਾ ਵਾਲਾ ਹੈ। ਇੱਕ ਵੀ ਗੁਣ ਉਹਦਾ ਜੀਵਨ ਵਿੱਚ ਮੈਂ ਧਾਰਨ ਕਰ ਲਵਾਂ ਤੇ ਆਤਮਕ ਮੌਤ ਮੇਰੇ ਨੇੜੇ ਵੀ ਨਹੀਂ ਟੁਕੇਗੀ। ਭਾਵ ਮੇਰੇ ਵਿਚਾਰ ਜਿਹੜੇ ਨਰੋਏ ਹੋ ਜਾਣਗੇ, ਤਾਕਤਵਰ ਹੋ ਜਾਣਗੇ। ਬੁੱਧੀ ਦੇ ਬਲ ਤੇ ਨਹੀਂ ਜੀਵਾਂਗਾ, ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦੇ ਆਸਰੇ ਜੀਵਾਂਗਾ। ਅਜੇ ਬੰਦਾ ਬੁੱਧੀ ਦੇ ਬਲ ਤੇ ਜਿਉਂਦਾ ਹੈ। ਜਦੋਂ ਬੁੱਧ ਬਦਲੀ ਸਿੱਧ ਪਾਈ ਨਾ, ਮਹਾਰਾਜ ਨੇ ਆਖਿਆ ਬੁੱਧ ਬਦਲੀ ਸਿੱਧ ਪਾਈ। ਜਦੋਂ ਬੁੱਧੀ ਬਦਲ ਜਾਵੇ ਨਾ, ਜਦੋਂ ਬੁੱਧੀ ਦੇ ਤਲ ਤੇ ਬੰਦਾ ਜਿਉਣਾ ਛੱਡ ਕੇ
ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਆਪਣੀ ਸੁਰਤ ਦੇ ਵਿੱਚ ਟਿਕਾ ਲਵੇ, ਉਦੋਂ ਸਿੱਧੀ ਪ੍ਰਾਪਤ ਹੁੰਦੀ ਹੈ। ਸਿੱਧੀ ਦਾ ਅਰਥ ਹੈ ਪ੍ਰਮਾਤਮਾ ਵਾਹਿਗੁਰੂ ਦੇ ਉਹਨਾਂ ਰੱਬੀ ਗੁਣਾਂ ਦਾ ਮਿਲਾਪ, ਜਿਨ੍ਹਾਂ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਬੰਦਾ ਸੰਤੋਖੀ ਸੁਭਾਅ ਦੇ ਨਾਲ ਜਿਉਂਦਾ ਹੈ ਤੇ ਭਾਵ ਦੁਖੀ ਨਹੀਂ ਹੁੰਦਾ, ਆਤਮਿਕ ਖੇੜੇ ਦੇ ਵਿੱਚ ਜਿਉਂਦਾ ਹੈ। ਗੌਰ ਕਰਿਓ, ਧਨ ਕੋ ਕਹਿੰਦੀ ਗੌਰ ਮੈਂ, ਗੌਰ ਦਾ ਅਰਥ ਹੈ ਕਬਰ। ਇਹ ਜੀਵ ਇਸਤਰੀ ਹੁਣ ਕੂਕਦੀ ਹੈ। ਆਤਮਿਕ ਮੌਤੇ ਮਰਿਆ ਹੋਇਆ ਮਨੁੱਖ ਕੂਕਦਾ ਹੈ, ਦੁਖੀ ਹੁੰਦਾ ਹੈ। ਕੌਣ ਇਹਨੂੰ ਦੁਖੀ ਕਰਦਾ ਹੈ? ਇਹਦੀਆਂ ਆਪਣੀਆਂ ਮੁਸ਼ਕਲਾਂ ਜਿਹੜੀਆਂ ਕ੍ਰੀਏਟ ਕੀਤੀਆਂ ਉਹੀ ਦੁਖੀ ਕਰਦੀਆਂ। ਬੰਦੇ ਨੂੰ ਸੰਸਾਰ ਅੰਦਰ ਲੋਕ ਦੁਖੀ ਨਹੀਂ ਕਰਦੇ, ਬੰਦਾ ਆਪਣੇ ਕਰਮਾਂ ਕਰਕੇ ਦੁਖੀ ਹੋ ਰਿਹਾ, ਆਪਣੇ ਕੰਮਾਂ ਕਰਕੇ ਦੁਖੀ ਹੋ ਰਿਹਾ। ਮਨੁੱਖ ਨੇ ਜਦੋਂ ਮਾਹੌਲ ਹੀ ਇਦਾਂ ਦਾ ਕ੍ਰੀਏਟ ਕੀਤਾ ਹੈ, ਇਉਂ ਕਹਿ ਲਓ ਵੀ ਕੋਈ ਬੰਦਾ ਇੱਕ ਘਰ ਦੇ ਅੰਦਰ ਬੈਠ ਗਿਆ, ਘਰ ਨੂੰ ਚਾਰ ਚਫੇਰਿਓਂ ਅੱਗ ਲਾ ਲਈ ਤੇ ਉਸੇ ਘਰ ਵਿੱਚ ਬੈਠ ਗਿਆ, ਕੀ ਉਹ ਸੁਖੀ ਹੋਵੇਗਾ? ਉਹ ਤਾਂ ਸੜ ਕੇ ਸੁਆਹ ਹੋ ਜਾਵੇਗਾ। ਇਦਾਂ ਹੀ ਬੰਦੇ ਨੇ ਜਿਹੜਾ ਇਹ ਜੀਵਨ ਹੈ, ਇਹ ਘਰ ਹੈ, ਇਹ ਮੰਦਰ ਹੈ, ਸਰੀਰ, ਇਹਦੇ ਆਲੇ ਦੁਆਲੇ ਅੱਗ ਬਾਲ ਲਈ ਹੈ। ਭਾਵ ਬੰਦੇ ਨੇ ਕੰਮ ਹੀ ਉਹ ਕਰ ਲਏ ਨੇ ਜਿਹੜੇ ਇਹਦੇ ਜੀਵਨ ਦਾ ਰਾਹ ਸਾਫ਼ ਕਰਨ ਵਾਲੇ ਨਹੀਂ, ਸਗੋਂ ਇਹਨੂੰ ਦੁੱਖ ਦੇਣ ਵਾਲੇ ਨੇ। ਇਸ ਲਈ ਹੁਣ ਕੂਕਦਾ, ਧਨ ਕੋ ਕਹਿੰਦੀ ਗੌਰ ਮੈਂ, ਰਾਤ ਦਿਨ ਇਹਦਾ ਵਾਸਾ ਹੁਣ ਮਾਨੋ ਕਬਰ ਵਿੱਚ ਹੋ ਗਿਆ। ਹੁਣ ਕੀ ਕੂਕਦੀ ਹੈ ਵੀ ਮੇਰਾ ਰੱਬ ਨਾਲ ਮਿਲਾਪ ਹੋ ਜਾਵੇ, ਮੇਰਾ ਜੀਵਨ ਚੰਗਾ ਬਣ ਜਾਵੇ, ਮੈਨੂੰ ਬਚਪਨ ਵਾਲਾ ਉਹ ਜੀਵਨ ਮਿਲ ਜਾਵੇ, ਮੈਂ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਵਾਂ। ਫਰੀਦ ਸਾਹਿਬ ਕਹਿੰਦੇ ਹੁਣ ਸਮਾਂ ਗੁਜ਼ਰ ਗਿਆ, ਤੈਂ ਸ਼ਾਹ ਨਾ ਮਿਲੀ ਆਸ। ਇਹ ਗੁਣ ਤੈਨੂੰ ਉਦੋਂ ਮਿਲਣੇ ਸੀ ਜਦੋਂ ਤੂੰ ਭਰ ਜਵਾਨੀ ਵਿੱਚ ਸੀ, ਹੁਣ ਸਮਾਂ ਗੁਜ਼ਰ ਗਿਆ, ਤੈਂ ਸ਼ਾਹ ਨਾ ਮਿਲੀ ਆਸ। ਹੁਣ ਤੈਨੂੰ ਮਾਲਕ ਦੀ, ਉਹ ਕਰਤਾ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਜਿਹੜੀ ਦਾਤ ਹੈ, ਆਤਮਿਕ ਮੌਤੇ ਮਰੇ ਹੋਏ ਨੂੰ, ਹੁਣ ਤਾਂ ਤੂੰ ਇੰਨੀ ਗੁਰਬਤ ਭਰੀ ਜ਼ਿੰਦਗੀ ਜਿਉ ਰਿਹਾ, ਹੁਣ ਕਿੱਥੇ ਮਿਲਾਪ ਦੀਆਂ ਗੱਲਾਂ ਕਰਦਾ ਹੈ? ਕਿਵੇਂ ਹੋਵੇਗਾ ਮਿਲਾਪ? ਬੰਦਾ ਅਸਲ ਵਿੱਚ ਤੰਦਰੁਸਤੀ ਦੀ ਕੀਮਤ ਉਦੋਂ ਜਾਣਦਾ ਜਦੋਂ ਰੱਜ ਕੇ ਬਿਮਾਰ ਹੋ ਜਾਵੇ, ਅਤਿਅੰਤ ਬਿਮਾਰ ਹੋ ਜਾਵੇ। ਜਦੋਂ ਖਾਣਾ ਪੀਣਾ ਵੀ ਛੁੱਟ ਜਾਵੇ ਨਾ, ਉਦੋਂ ਕਹਿੰਦਾ ਕਾਸ਼ ਪਹਿਲੇ ਜੀਵਨ ਵਿੱਚ ਹੋਵਾਂ, ਮੇਰਾ ਸਰੀਰ ਪਹਿਲਾਂ ਵਰਗਾ ਹੋਵੇ। ਇਦਾਂ ਹੀ ਆਤਮਿਕ ਮੌਤੇ ਮਰਿਆ ਹੋਇਆ ਬੰਦਾ, ਗੁਰਬਤ ਭਰੀ ਜ਼ਿੰਦਗੀ ਜਿਉਂਦਾ ਬੰਦਾ ਸੋਚਦਾ ਕਾਸ਼ ਉਸ ਜੀਵਨ ਵਿੱਚ ਹੋਵਾਂ ਜਿੱਥੇ ਖੇੜਾ ਹੈ, ਜਿੱਥੇ ਵਿਗਾਸ ਤੇ ਜਿੱਥੇ ਆਨੰਦ ਹੈ। ਗੁਰੂ ਕੇ ਪਿਆਰਿਓ, ਪੂਰੇ ਸ਼ਲੋਕ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਮਨੁੱਖ ਦੇ ਜੀਵਨ ਦੀ ਹਾਲਤ ਬਿਆਨ ਕੀਤੀ ਹੈ। ਬੰਦਾ ਸਾਰੀ ਜ਼ਿੰਦਗੀ ਇਉਂ ਗੁਜ਼ਾਰ ਦਿੰਦਾ, ਪਰ ਆਖਰੀ ਜੇ ਸਮੇਂ ਤੇ ਜਾ ਕੇ ਇਉਂ ਕਹਿੰਦਾ ਵੀ ਹੁਣ ਰੱਬ ਰੱਬ ਜਪ ਲਈਏ। ਫਰੀਦ ਸਾਹਿਬ ਕਹਿੰਦੇ ਹੁਣ ਤਾਂ ਜ਼ਿੰਦਗੀ ਤੇਰੀ ਕਬਰਾਂ ਵੱਲ ਨੂੰ ਤੁਰ ਗਈ ਹੈ, ਸਰੀਰਕ ਤੌਰ ਤੇ ਵੀ ਤੂੰ ਕਬਰ ਵੱਲ ਨੂੰ ਹੈ, ਸਾਰੀ ਜ਼ਿੰਦਗੀ ਵੀ ਤੂੰ ਕਬਰ ਦੇ ਵਿੱਚ ਹੀ ਹੰਡਾਈ ਹੈ, ਤੇ ਇਹ ਕਬਰ ਵਿੱਚ ਜ਼ਿੰਦਗੀ ਹੰਡਾਉਂਦਿਆਂ ਕੂਕਦਾ ਰਹਿ ਜਿੰਨਾ ਵੀ ਤੇਰੇ ਤੋਂ ਕੂਕਿਆ ਜਾਂਦਾ। ਕਬਰ ਚੋਂ ਬਾਹਰ ਨਿਕਲੇਗਾ ਤਾਂ ਤੇਰਾ ਕੂਕਿਆ ਕਿਸੇ ਥਾਂ ਪੈਣਾ ਹੈ। ਬੰਦਾ ਸਰੀਰਕ ਤੌਰ ਤੇ ਜਿਉਂਦਾ ਵੀ ਕਬਰਾਂ ਵਿੱਚ ਡਿੱਗਾ ਹੋਇਆ, ਕਿਉਂਕਿ ਮੁਰਦੇ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰੇ ਜਾਂਦੇ ਨੇ। ਇਸਲਾਮ ਦੇ ਵਿੱਚ ਮੁਰਦੇ ਨੂੰ ਕਬਰ ਵਿੱਚ ਦਫਨਾਇਆ ਜਾਂਦਾ ਹੈ। ਜਦੋਂ ਬੰਦੇ ਦੇ ਅੰਦਰੋਂ ਸਤਗੁਣ ਖਤਮ ਹੋ ਜਾਂਦੇ ਨੇ, ਜਦੋਂ ਬੰਦਾ ਸੱਚ ਦੇ ਰਸਤੇ ਤੇ ਤੁਰਨਾ ਹੀ ਛੱਡ ਦੇਵੇ, ਸਮਝੋ ਉਹਦਾ ਵਾਸਾ ਕਬਰ ਵਿੱਚ ਹੀ ਹੈ, ਤੇ ਕਬਰ ਵਿੱਚ ਪਿਆ ਹੀ ਕੂਕ ਰਿਹਾ, ਚੰਗਿਆਈ ਨਹੀਂ ਮਿਲੇਗੀ ਉਦੋਂ। ਮਹਾਰਾਜ ਨੇ ਬੜੇ ਸੋਹਣੇ ਬਚਨ ਕੀਤੇ, ਤਨ ਕੋ ਕਹਿੰਦੀ ਗੌਰ ਮੈਂ, ਤੈਂ ਸ਼ਹਿ ਨਾ ਮਿਲੀ ਆਸ। ਤੈਨੂੰ ਸ਼ਾਹ ਦੇ ਮਿਲਾਪ ਨਹੀਂ ਹੁਣ ਹਾਸਲ ਹੋਵੇਗਾ, ਕਿਉਂਕਿ ਤੂੰ ਤੇ ਕਬਰ ਵਿੱਚ ਜਾ ਪਿਆ, ਤੂੰ ਤੇ ਉਹਨਾਂ ਔਖੇ ਤੇ ਵਿਖੜੇ ਰਾਹਾਂ ਨੂੰ ਤੁਰ ਗਿਆ, ਪੱਗ ਡੰਡੀਆਂ ਨੂੰ ਤੁਰ ਗਿਆ, ਅਸਲੀ ਮਾਰਗ ਛੱਡ ਦਿੱਤਾ। ਭਾਵ ਗੁਰਮਤ ਦਾ ਰਾਹ ਛੱਡ ਕੇ ਤੂੰ ਵਿਸ਼ੇ ਵਿਕਾਰਾਂ ਦੇ ਰਾਹ ਨੂੰ ਪੈ ਗਿਆ, ਤੇ ਵਿਸ਼ੇ ਵਿਕਾਰਾਂ ਵਾਲੇ ਰਾਹ ਤੇ ਤੂੰ ਰੱਬ ਦੀ ਆਸ ਨਾ ਰੱਖ। ਜੇ ਰੱਬ ਦੀ ਆਸ ਰੱਖਣੀ ਤੇ ਤੈਨੂੰ ਗੁਰਮਤ ਗਾਡੀ ਰਾਹ ਚਲੰਦਾ, ਗੁਰਮਤ ਗਾਡੀ ਰਾਹ ਤੇ ਤੁਰਨਾ ਪਵੇਗਾ। ਗੁਰੂ ਕਿਰਪਾ ਕਰੇ ਸਾਰਿਆਂ ਦੀ ਝੋਲੀ ਵਿੱਚ ਸਤਿਗੁਰੂ ਮਹਾਰਾਜ ਗੁਰਮਤ ਦੀ ਦਾਤ ਪਾਉਣ, ਸਭਨਾਂ ਨੂੰ ਗੁਰਸਿੱਖੀ ਦੀ ਦਾਤ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਾਰੇ ਗੁਰੂ ਫਤਿਹ ਨਾਲ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।